ਕਰੀਬ 7 ਸਾਲ ਪਹਿਲਾਂ 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ ਸੀ, ਜਿਸ ਨੂੰ ਅੱਜ ਤੱਕ ਸੰਗਤ ਭੁਲਾ ਨਹੀਂ ਸਕੀ ਕਿਉਂਕਿ ਅੱਜ 7 ਸਾਲ ਬਾਅਦ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਇਸ ਦੇ ਰੋਸ ਦੇ ਚੱਲਦੇ ਪਿੰਡ ਜਵਾਹਰ ਸਿੰਘ ਵਾਲਾ ਵਿਖੇ 1 ਜੂਨ ਨੂੰ ਪਛਤਾਪ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਗਿਆ, ਜਿੱਥੇ ਅਰਦਾਸ ਉਪਰੰਤ ਇੱਕ ਰੋਸ ਮਾਰਚ ਵੀ ਕੱਢਿਆ ਗਿਆ। ਸਾਬਕਾ ਆਈਜੀ ਅਤੇ ਮੌਜੂਦਾ ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਵੱਲੋਂ ਵੀ ਕੱਲ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਗੁਰਦੁਆਰੇ ਨਤਮਸਤਕ ਹੋਏ ਅਤੇ ਇਸ ਤੋਂ ਬਾਅਦ ਉਹਨਾਂ ਵੱਲੋਂ ਬਹਿਬਲ ਵਿਖੇ ਪੀੜਤ ਪਰਿਵਾਰਾਂ ਵੱਲੋਂ ਲੱਗੇ ਇਨਸਾਫ ਮੋਰਚੇ ਵਿੱਚ ਹਾਜ਼ਰੀ ਲਗਵਾਈ ਗਈ। ਇਸ ਮੌਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ 7 ਸਾਲ ਬਾਅਦ ਵੀ ਇਨਸਾਫ ਨਹੀਂ ਮਿਲਿਆ, ਜਿਸ ਦੀ ਵਜ੍ਹਾ ਨਾਲ ਇਹਨਾਂ ਮਾਮਲਿਆਂ ਵਿੱਚ ਸਿਆਸਤ ਹੋਣਾ ਹੈ। ਉਹਨਾਂ ਨੇ ਕਿਹਾ ਕਿ ਇਸੇ ਸਿਆਸਤ ਕਾਰਨ ਉਹਨਾਂ ਦੀ ਜਾਂਚ ਰੱਦ ਕਰਵਾਈ ਗਈ, ਜਦਕਿ ਉਹਨਾਂ ਦੀ ਜਾਂਚ ਅਤੇ ਅਦਾਲਤ 'ਚ ਪੇਸ਼ ਕੀਤੇ ਚਲਾਨ ਨੂੰ ਲੈ ਕੇ ਟ੍ਰਾਇਲ ਹੁੰਦਾ ਅਤੇ ਗਵਾਹਾਂ ਦੇ ਬਿਆਨ ਹੁੰਦੇ, ਜਿਸ ਤੋਂ ਬਾਅਦ ਹੀ ਜਾਂਚ ਸੰਬੰਧੀ ਪਤਾ ਲੱਗਦਾ। ਦੇਖੋ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਗੁਰਦੁਆਰਾ ਸਾਹਿਬ ਤੋਂ ਬੀੜ ਸਾਹਿਬ ਦੀ ਚੋਰੀ ਹੋਈ ਸੀ। ਉਹ ਬੇਅਦਬੀ ਦੀ ਸੀਰੀਜ਼ ਦੇ ਵਿੱਚ ਉਹ ਪਹਿਲੀ ਘਟਨਾ ਸੀਗੀ। ਜਦੋਂ 2015 ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਸ਼ੁਰੂ ਹੋਈਆਂ, ਉਹਦੇ ਵਿੱਚ ਪਹਿਲੀ ਘਟਨਾ ਸੀ 1 ਜੂਨ 2015। ਉਸ ਤੋਂ ਬਾਅਦ ਤੁਸੀਂ ਦੇਖੋ ਬਰਗਾੜੀ ਦੇ ਵਿੱਚ ਤੇ ਹੋਰ ਕਈ ਥਾਵਾਂ ਤੇ ਬੇਅਦਬੀ ਦੀਆਂ ਘਟਨਾਵਾਂ ਹੋਈਆਂ। ਉਸ ਦੇ ਰੋਸ ਸਰੂਪ ਕੋਟਕਪੂਰਾ ਤੇ ਬਹਿਬਲ ਕਲਾਂ ਦੇ ਵਿੱਚ ਆਮ ਜਨਤਾ ਨੇ, ਸੰਗਤ ਨੇ ਪ੍ਰੋਟੈਸਟ ਕੀਤਾ। ਇਹ ਸਾਰਿਆਂ ਨੂੰ ਪਤਾ ਹੈ ਕਿ ਦੋਵੇਂ ਥਾਵਾਂ ਤੇ ਜਿਹੜਾ ਪ੍ਰੋਟੈਸਟ ਸੀਗਾ ਉਹ ਸ਼ਾਂਤੀਪੂਰਵਕ ਸੀ, ਸੰਗਤ ਵੱਲੋਂ ਕੋਈ ਵੀ ਇਨਸਟੀਗੇਸ਼ਨ ਨਹੀਂ ਸੀ। ਲੇਕਿਨ ਦੋਵੇਂ ਥਾਵਾਂ ਤੇ ਪਹਿਲਾਂ ਕੋਟਕਪੂਰਾ ਦੇ ਵਿੱਚ ਤੇ ਬਾਅਦ ਦੇ ਵਿੱਚ ਬਹਿਬਲ ਕਲਾਂ ਦੇ ਵਿੱਚ ਪੁਲਿਸ ਵੱਲੋਂ ਫਾਇਰਿੰਗ ਕੀਤੀ ਗਈ, ਬਲ ਦਾ ਪ੍ਰਯੋਗ ਕੀਤਾ ਗਿਆ ਔਰ ਜੋ ਲੋਕ ਫੱਟਰ ਹੋਏ, ਜ਼ਖਮੀ ਹੋਏ ਜਾਂ ਜਿਨ੍ਹਾਂ ਨੇ ਸ਼ਹਾਦਤ ਦਿੱਤੀ, ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ, ਪਰਿਵਾਰ ਨੂੰ ਪੁੱਛਣ ਵਾਲਾ ਕੋਈ ਨਹੀਂ। 7 ਸਾਲ ਹੋ ਗਏ, ਦੇਖੋ 7 ਸਾਲ ਹੋ ਗਏ, ਠੀਕ ਹੈ। ਸਾਨੂੰ ਜਦੋਂ ਜ਼ਿੰਮੇਵਾਰੀ ਮਿਲੀ 2018 ਨਵੰਬਰ ਮਹੀਨੇ ਦੇ ਵਿੱਚ ਅਸੀਂ ਜਾਂਚ ਸ਼ੁਰੂ ਕੀਤੀ। ਜਾਂਚ ਸ਼ੁਰੂ ਕਰਨ ਉਪਰੰਤ 2019 ਦੇ ਵਿੱਚ ਪਹਿਲੀ ਗ੍ਰਿਫਤਾਰੀ ਜਨਵਰੀ ਮਹੀਨੇ ਦੇ ਵਿੱਚ ਤੇ 3 ਮਹੀਨਿਆਂ ਦੇ ਅੰਦਰ ਅੰਦਰ ਅਸੀਂ ਚਲਾਨ ਦੇ ਦਿੱਤਾ ਜੀ। ਉਸ ਤੋਂ ਬਾਅਦ ਸਪਲੀਮੈਂਟਰੀ ਚਲਾਨ 1, 2, 3 ਦੋਵੇਂ ਘਟਨਾਵਾਂ ਦੇ ਬਾਰੇ। ਜਦੋਂ ਫਰੀਦਕੋਟ ਦੀ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੇ ਵਿੱਚ ਚਾਰਜ ਫਰੇਮਿੰਗ ਤੇ ਬਹਿਸ ਸ਼ੁਰੂ ਹੋਣੀ ਸੀ, ਉਹ ਨਹੀਂ ਕਰਵਾਈ ਗਈ ਅਤੇ ਮਾਨਯੋਗ ਹਾਈ ਕੋਰਟ ਦੇ ਵਿੱਚ ਸਿਵਲ ਲਿਟੀਗੇਸ਼ਨ ਪਾ ਕੇ ਇਸ ਮਸਲੇ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ। ਦੇਖੋ ਸਰਕਾਰ ਨੇ ਮਾਨਯੋਗ ਹਾਈ ਕੋਰਟ ਦੇ ਵਿੱਚ ਇਹ ਵੀ ਨਹੀਂ ਕਿਹਾ, ਜੋ ਉਦੋਂ ਦੀ ਸਰਕਾਰ ਸੀਗੀ, ਕਿ ਚਲਾਨ ਟੂਕਟ ਹੋ ਗਿਆ ਹੈ, ਇਹਨਾਂ ਦੇ ਆਬਜੈਕਸ਼ਨ ਓਵਰ ਰੂਲ ਹੋ ਗਏ ਨੇ ਔਰ ਇਹਦੇ ਉੱਤੇ ਸੁਣਵਾਈ ਜ਼ਰੂਰੀ ਹੈ। ਦੇਖੋ ਕ੍ਰਿਮੀਨਲ ਲਾਅ ਦਾ ਕੋਈ ਵੀ ਇੱਕ ਸਿਸਟਮ ਹੁੰਦਾ ਹੈ, ਇਸ ਮੁਲਕ ਦਾ ਇੱਕ ਸੰਵਿਧਾਨ ਹੈ, ਜਿਹਦੇ ਵਿੱਚ ਕਿਸੇ ਨੂੰ ਬਰੀ ਕਰਨਾ ਹੈ ਜਾਂ ਸਜ਼ਾ ਕਰਨੀ ਹੈ ਤਾਂ ਗਵਾਹਾਂ ਦਾ ਬਿਆਨ ਲੈਣਾ ਅਦਾਲਤ ਦੇ ਵਿੱਚ ਜ਼ਰੂਰੀ ਹੁੰਦਾ ਹੈ। ਇੱਥੇ ਕੋਈ ਬਿਆਨ ਨਹੀਂ ਹੋਇਆ, ਕੁਝ ਨਹੀਂ ਹੋਇਆ। ਸਿਰਫ ਸਰਕਾਰ ਨੇ ਆਮ ਜਨਤਾ ਨੂੰ ਗੁੰਮਰਾਹ ਕੀਤਾ ਤੇ ਜੋ 9 ਅਪ੍ਰੈਲ 2021 ਨੂੰ ਜੋ ਕੁਝ ਵੀ ਹੋਇਆ, ਮੈਂ ਨੌਕਰੀ ਤੋਂ ਇਸਤੀਫਾ ਦੇ ਦਿੱਤਾ ਸੀ। ਉਸ ਤੋਂ ਬਾਅਦ ਸਰਕਾਰ ਨੇ 2 SITਆਂ ਦਾ ਗਠਨ ਕੀਤਾ। ਜਦੋਂ 2 SITਆਂ ਦਾ ਗਠਨ ਹੋਇਆ, ਇੱਕ ਬਹਿਬਲ ਕਲਾਂ ਵਾਸਤੇ ਤੇ ਇੱਕ ਕੋਟਕਪੂਰਾ ਵਾਸਤੇ, ਤੀਜੀ SIT ਚੱਲ ਰਹੀ ਸੀਗੀ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਜੋ ਬੇਅਦਬੀ ਦੀ ਘਟਨਾ ਹੋਈ ਸੀ, ਜੋ ਪਹਿਲਾਂ ਕੇਸ CBI ਦੇ ਕੋਲ ਸੀਗਾ, ਉਹਦੇ ਵਾਸਤੇ ਤੀਜੀ ਸੀਟ ਗਠਿਤ ਕੀਤੀ ਗਈ। ਲੇਕਿਨ ਤੁਸੀਂ ਦੇਖੋ ਨਾ ਤਾਂ ਬਹਿਬਲ ਕਲਾਂ ਦੇ ਕੇਸ ਦੇ ਵਿੱਚ, ਨਾ ਹੀ ਕੋਟਕਪੂਰਾ ਕੇਸ ਦੇ ਵਿੱਚ ਕੋਈ ਵੀ ਕਿਸੇ ਕਿਸਮ ਦਾ ਪ੍ਰੋਗਰੈਸ ਉਹਨਾਂ ਵੱਲੋਂ ਨਹੀਂ ਹੋਇਆ। ਸਗੋਂ ਇੱਕ SIT ਦੇ ਮੁਖੀ ਨੇ ਮੰਗ ਕੀਤੀ ਮੇਰੇ ਵੱਲੋਂ ਲਿਖਤੀ ਤੌਰ ਤੇ ਕਿ ਤੁਸੀਂ ਦੋਗੀ ਬਾਦਲ ਪਰਿਵਾਰ ਦੇ ਖਿਲਾਫ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੇ ਖਿਲਾਫ ਐਵੀਡੈਂਸ ਕੀ ਹੈ। ਦੇਖੋ ਇਨਵੈਸਟੀਗੇਸ਼ਨ ਉਹ ਕਰ ਰਹੇ ਨੇ, ਫਾਈਲ ਉਹਨਾਂ ਦੇ ਕੋਲ ਹੈ। ਅਸੀਂ ਜੋ ਇਨਵੈਸਟੀਗੇਸ਼ਨ ਕੀਤੀ ਸੀ ਉਹ ਸਾਰਾ ਕੁਝ ਉਹਨਾਂ ਦੇ ਕੋਲ ਹੈ ਤੇ ਹੁਣ ਉਹਨਾਂ ਦੀ ਜ਼ਿੰਮੇਵਾਰੀ ਹੈ कि वो एविडेंस कट के ले आऊँ कि एविडेंस की है। और दूसरी जो SIT है वो कह रही है कि जो LK यादव वाली SIT है वो कोई चीज़ साढ़े नाल साझा नहीं कर दी, तो इस करके साड़ी प्रोग्रेस नहीं हो रही है। तो ये भी देखो एक दूसरे ते ब्लेम गेम चल रहा है। तो 7 साल हो गए जी, 7 सालों के विच ये भी डिसाइड नहीं होया कि इन्हां केसां दी तफ्तीश कौन करेगा जी। ठीक है,
मेरी इन्वेस्टिगेशन ਦੇ ਵਿੱਚ ਕੋਈ ਗਲਤੀ ਹੈ ਤਾਂ ਉਹ ਜ਼ਿਲ੍ਹਾ ਅਦਾਲਤ ट्रायल के दौरान साबित करेगी कि इन्वेस्टिगेशन के विच कमी है। वो उदों होगा जदों सारे गवाहां का बयान सरदार तरलोचन सिंह जी साबका चेयरपर्सन कट गिनती कमीशन, वो साडे गवाह, साबका जथेदार तख्त श्री पटना साहिब, वो साडे गवाह, इस तरीके के साडे गवाह ने। उन्हां गवाहां नूं तुसीं अदालत दे विच क्यों नहीं बुला रहे हो? डर क्यों रहे हो? मैं ये पूछना चाहता हाँ, डर क्यों रहे हो? ਜਦੋਂ ਉਹ ਗਵਾਹ ਆ ਜਾਣਗੇ ਫਿਰ ਸਾਰਾ ਭੇਦ ਖੁੱਲ ਜਾਏਗਾ। ਇਸ ਕਰਕੇ ਨਹੀਂ ਚਾਹੁੰਦੇ ਕਿ ਉਹਨਾਂ ਦੇ ਗਵਾਹਾਂ ਦਾ ਬਿਆਨ ਹੋਵੇ ਜੀ। ਤਾਂ ਇਹਨਾਂ ਨੇ ਇੱਕ ਸਿੱਧਾ ਰਸਤਾ ਅਪਣਾਇਆ ਹੈ ਜੀ, ਸਿਵਲ ਲਿਟੀਗੇਸ਼ਨ ਫਾਈਲ ਕਰੋ ਔਰ ਸਰਕਾਰ ਦੇ ਨੂੰ ਤੇ ਸਰਕਾਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਆਪਣੇ ਵੱਲ ਕਰਕੇ ਤੁਸੀਂ ਕੁਝ ਰਫਾ ਦਫਾ ਕਰਵਾ ਲਓ। ਮੈਂ ਨਹੀਂ ਕਹਿੰਦਾ ਫੈਸਲਾ ਹੋਣਾ ਚਾਹੀਦਾ ਹੈ, ਲੇਕਿਨ ਸਭ ਤੋਂ ਪਹਿਲਾਂ ਫੈਸਲਾ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਫਰੀਦਕੋਟ ਦੇ ਵਿੱਚ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਜਿੱਥੇ ਮਰਜ਼ੀ ਅਪੀਲ ਹੋਵੇ, ਸਾਡੀ ਤਫਤੀਸ਼ ਦੇ ਵਿੱਚ ਕੋਈ ਖਾਮੀ ਹੋਵੇ ਤਾਂ ਉਹ ਸਾਰਾ ਕੁਝ ਉਹਦੇ ਵਿੱਚ ਆ ਜਾਏਗਾ। ਲੇਕਿਨ ਜਦੋਂ ਤੱਕ ਗਵਾਹਾਂ ਦਾ ਬਿਆਨ ਨਹੀਂ ਹੁੰਦਾ ਹੈ ਉਦੋਂ ਤੱਕ ਸੰਗਤ ਨੂੰ ਗੁੰਮਰਾਹ, ਆਮ ਜਨਤਾ ਨੂੰ ਗੁੰਮਰਾਹ ਕੀਤਾ ਜਾਣਾ ਬੰਦਾ ਨਹੀਂ ਹੈ ਜੀ। ਜੋ ਇਹ ਸਾਰਾ ਕੁਝ ਹੁੰਦਾ ਆ ਰਿਹਾ ਹੈ ਤਾਂ ਹੀ ਮੈਂ ਮਾਨਯੋਗ ਚੀਫ ਮਿਨਿਸਟਰ ਸਾਹਿਬ, ਜੋ ਸਾਡੀ ਸਰਕਾਰ ਦੇ ਚੀਫ ਮਿਨਿਸਟਰ ਸਾਹਿਬ ਨੇ 2 ਚਿੱਠੀਆਂ ਲਿਖ ਕੇ, ਇੱਕ ਚਿੱਠੀ 20 ਮਾਰਚ ਨੂੰ ਲਿਖੀ ਸੀ, दूसरी चिट्ठी 19 मई ਨੂੰ ਲਿਖੀ ਸੀ। चिट्ठी लिख के मैं जानू करवाया इस करके कि उन्होंने पता लग जाए कि इन्होंने केसां का इंपोर्टेंस की है तो सच्चाई की है। इस करके मैं जानू करवाया सी। तो एक केस होर भी मानयोग हाई कोर्ट के विच चल रहा है बहबल कलां वाला। तो मैं यही बेनती करांगा कि जो भी सुनवाई है ट्रायल होना चाहिए है जी, ट्रायल होना चाहिए है। तफ्तीश सही है गलत है ਇਹ ਟਰਾਇਲ ਦੇ ਵਿੱਚ ਪਤਾ ਚੱਲਣਾ ਹੈ ਜਦੋਂ ਗਵਾਹ ਆਪਣੀ ਗਵਾਹੀ ਦੇਣਗੇ ਅਦਾਲਤ ਦੇ ਵਿੱਚ। ਲੇਕਿਨ ਇਹ ਗਵਾਹੀ ਤੋਂ ਡਰਦੇ ਨੇ ਜੀ। ਜਦੋਂ ਸ਼ੁਰੂ ਹੋ ਜਾਏਗੀ ਤਾਂ ਸਾਰਾ ਭੇਦ ਖੁੱਲ ਜਾਣਾ ਹੈ। ਇਸ ਕਰਕੇ ਮੇਰੀ ਇਹੀ ਬੇਨਤੀ ਹੈ ਕਿ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ ਜੀ। 7 ਸਾਲਾਂ ਤੋਂ ਕੇਵਲ ਰਾਜਨੀਤੀ ਹੁੰਦੀ ਆਈ ਹੈ, ਹੁਣ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ ਔਰ ਗਵਾਹਾਂ ਦਾ ਬਿਆਨ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੇ ਵਿੱਚ ਹੋਣਾ ਚਾਹੀਦਾ ਹੈ। ਮੈਂ ਅੱਜ ਮੱਥਾ ਟੇਕਣ ਵਾਸਤੇ ਆਇਆ ਸੀ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ, ਜਿੱਥੇ 7 ਸਾਲ ਪੂਰੇ ਹੋਣ ਤੋਂ ਬਾਅਦ ਸੰਗਤ ਵੱਲੋਂ ਉੱਥੇ ਅਰਦਾਸ ਕੀਤੀ ਜਾਂਦੀ ਹੈ। ਉਸ ਉਪਰੰਤ ਮੈਂ ਇੱਥੇ ਸੁਖਰਾਜ ਸਿੰਘ ਜੀ ਜੋ ਕਈ ਮਹੀਨਿਆਂ ਤੋਂ ਇੱਥੇ ਪ੍ਰੋਟੈਸਟ ਕਰ ਰਹੇ ਨੇ, ਤੇ ਜਦੋਂ ਸਾਡੀ ਸਰਕਾਰ ਆਈ ਹੈ ਉਸ ਤੋਂ ਬਾਅਦ ਮੈਂ ਪਹਿਲੀ ਵਾਰ ਇਹਨਾਂ ਦੇ ਕੋਲ ਆਇਆ ਹਾਂ। ਇਸ ਤੋਂ ਪਹਿਲਾਂ ਬਹੁਤ ਸਾਰੇ ਲੋਕ ਸਰਕਾਰ ਦੇ ਨੁਮਾਇੰਦੇ ਇਹਨਾਂ ਦੇ ਕੋਲ ਆ ਚੁੱਕੇ ਨੇ। ਜਦੋਂ ਅਸੀਂ ਇਲੈਕਸ਼ਨ ਲੜ ਰਹੇ ਸੀ, ਕੈਂਪੇਨਿੰਗ ਚੱਲ ਰਹੀ ਸੀ, ਉਸ ਦੌਰਾਨ ਮੈਂ ਆਇਆ ਸੀ ਇਹਨਾਂ ਦੇ ਕੋਲ। ਮੈਂ ਸਾਂਤਵਨਾ ਇਹਨਾਂ ਨੂੰ ਦੇ ਕੇ ਗਿਆ ਸੀ कि साड़ी सरकार जो आऊगी तो असी पूरी कार्रवाई करांगे। तो मैनू पूरी उम्मीद है कि कार्रवाई होगी। और 7 साल लंघ गए, ठीक है, लेकिन हुण टाइम है कि हुण टाइम लंघना नहीं चाहिए है। छेती तो छेती इंसाफ होना चाहिए है। देश दुनिया ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ Apple TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।